ਵਾਹਿਗੁਰੂ 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 ਵਾਹਿਗੁਰੂ। ਮਨੁੱਖ ਜਿਸ ਤਰ੍ਹਾਂ ਦੀ ਚਿਤਵਨੀ ਸੋਚਦਾ ਹੈ, ਜਿਸ ਤਰ੍ਹਾਂ ਦੀ ਸੋਚ ਰੱਖ ਕੇ ਜਗਤ ਵਿੱਚ, ਇਸ ਸੰਸਾਰ ਵਿੱਚ ਜਿਉਂਦਾ ਹੈ। ਹਰ ਸਮੇਂ ਜਿਸ ਪਾਸੇ ਪ੍ਰੀਤ ਟਿਕੀ ਰਵੇ, ਹਰ ਸਮੇਂ ਜਿਸ ਪਾਸੇ ਵੱਲ ਧਿਆਨ ਰਵੇ। ਗੁਰੂ ਸਾਹਿਬ ਨੇ ਵੀ ਇਸ ਗੱਲ ਦਾ ਨਿਰਣਾ ਕੀਤਾ ਕਿ ਮਨੁੱਖ ਜਿਸ ਤਰ੍ਹਾਂ ਦੀ ਚਿਤਵਨੀ ਕਰੇਗਾ, ਜੇ ਯਾਦ ਰੱਖੇਗਾ ਮਾਇਆ ਨੂੰ, ਤੇ ਫਿਰ ਅਗਲਾ ਜਨਮ ਸਰਪ ਦਾ। ਜੇ ਸੰਸਾਰ ਵਿੱਚ ਰਹਿੰਦਿਆਂ ਘਰ ਮਹਿਲਾਂ ਨਾਲ ਇੰਨਾ ਪਿਆਰ ਪਾ ਲਿਆ ਕਿ ਪਰਮਾਤਮਾ ਨੂੰ ਭੁੱਲ ਬੈਠਾ, ਅਗਲਾ ਜਨਮ ਫਿਰ ਪ੍ਰੇਤ ਦਾ ਮਿਲੇਗਾ। ਗੁਰਬਾਣੀ ਨੇ ਮਨੁੱਖ ਨੂੰ ਬਾਰ-ਬਾਰ ਸੁਚੇਤ ਕੀਤਾ ਹੈ ਕਿ ਇਹ ਜੋ ਜੂਨਾਂ ਤੂੰ ਭੋਗ ਕੇ ਆਇਆ ਹੈ, ਇਹਨਾਂ ਜੂਨਾਂ ਤੋਂ ਬਚਣ ਵਾਸਤੇ ਪਰਮਾਤਮਾ ਨੇ ਇਹ ਮਨੁੱਖਾ ਜਨਮ ਦਿੱਤਾ ਹੈ। ਕਬੀਰ ਸਾਹਿਬ ਜੀ ਦੇ ਬਚਨ ਨੇ, ਕਬੀਰ ਹਰ ਕਾ ਸਿਮਰਨ ਛਾੜ ਕੇ ਪਾਲਿਓ ਬਹੁਤ ਕੁਟੰਬ। ਪਰਮਾਤਮਾ ਦਾ ਸਿਮਰਨ ਛੱਡਣ ਦਾ ਇਹ ਨਤੀਜਾ ਹੁੰਦਾ ਹੈ ਕਿ ਮਨੁੱਖ ਸਾਰੀ ਉਮਰ ਨਿਰਾ ਟੱਬਰ ਹੀ ਪਾਲਦਾ ਰਹਿੰਦਾ, ਪਰਿਵਾਰ ਦੇ ਮੋਹ ਵਿੱਚ ਜੁੜਿਆ ਰਹਿੰਦਾ, ਧੰਦਾ ਕਰਤਾ ਰਹਿ ਗਿਆ, ਭਾਈ ਰਹਿਆ ਨਾ ਬੰਦ। ਕਹਿੰਦੇ ਇਸ ਪਰਿਵਾਰ ਦੀ ਖਾਤਰ ਜਗਤ ਦੇ ਧੰਦੇ ਕਰਦਾ, ਜਿੰਦ ਤੇ ਸਾਥੀ ਪਰਮਾਤਮਾ ਤੋਂ ਵਿਛੜਿਆ ਰਹਿ ਕੇ ਫਿਰ ਆਖਰ ਆਤਮਕ ਮੌਤ ਮਰ ਜਾਂਦਾ ਹੈ। ਕੋਈ ਰਿਸ਼ਤੇਦਾਰ ਫਿਰ ਮਨੁੱਖ ਨੂੰ ਬਚਾਉਣ ਜੋਗਾ ਨਹੀਂ। ਹੁਣ ਮਨੁੱਖਾ ਜਨਮ ਹੈ। ਕਬੀਰ ਸਾਹਿਬ ਕਹਿੰਦੇ ਹਰ ਕਾ ਸਿਮਰਨ ਛਾੜ ਕੇ ਰਾਤ ਜਗਾਵਣ ਜਾਏ। ਪਰਮਾਤਮਾ ਦੇ ਸਿਮਰਨ ਤੋਂ ਵਾਂਝੀ ਰਹਿਣ ਕਰਕੇ ਕਹਿੰਦੇ ਰਾਤ ਨੂੰ ਮਸਾਨ ਜਗਾਉਣ ਲਈ ਮਸਾਨ ਭੂਮੀ ਵਿੱਚ ਜਾਂਦੀ ਹੈ। ਸਰਪਣ ਹੋਏ ਕਿ ਅਵਤਰੈ ਜਾਏ ਆਪਣੇ ਖਾਏ। ਹੁਣ ਦੇਖੋ, ਪਰ ਮੰਦੇ ਕੰਮਾਂ ਤੋਂ ਸੁੱਖ ਕਿੱਥੇ। ਅਜਿਹੀ ਤ੍ਰੀਮਤ ਮਨੁੱਖਾ ਜਨਮ ਹੱਥੋਂ ਗਵਾਉਣ ਪਿੱਛੋਂ ਫਿਰ ਕਹਿੰਦੇ ਸਪਣੀ ਬਣ ਕੇ ਜੰਮਦੀ ਹੈ ਤੇ ਆਪਣੇ ਬੱਚਿਆਂ ਨੂੰ ਖਾਣਾ ਸ਼ੁਰੂ ਕਰ ਦਿੰਦੀ ਹੈ। ਕਬੀਰ ਸਾਹਿਬ ਨੇ ਜ਼ਿਕਰ ਕੀਤਾ, ਕਹਿੰਦੇ ਹਰ ਕਾ ਸਿਮਰਨ ਛਾੜ ਕੇ ਅਹੋਈ ਰਾਖੈ ਨਾਰ। ਹੁਣ ਦੇਖੋ, ਮਨੁੱਖ ਜਿਸ ਤਰ੍ਹਾਂ ਦੀ ਚਿਤਵਨੀ ਸੋਚੇਗਾ। ਅਹੋਈ ਇੱਕ ਦੇਵੀ ਦਾ ਨਾਮ ਹੈ। ਕੱਤਕ ਦੇ ਮਹੀਨੇ ਤੇ ਅੱਸੂ ਦੇ ਮਹੀਨੇ ਦੀ ਇਹ ਲੋਕ ਇੱਧਰ ਕਰਨਾਟਕਾ ਵੱਲ ਸੀਤਲਾ ਦੇਵੀ ਦੀ ਪੂਜਾ ਦਾ ਵਰਤ ਰੱਖਦੇ ਨੇ ਤੇ ਇਸ ਦੇਵੀ ਦੀ ਖਾਸ ਸਵਾਰੀ ਮੰਨੀ ਗਈ ਹੈ। ਜਿਵੇਂ ਆਮ ਦੇਵਤਿਆਂ ਦੀਆਂ ਸਵਾਰੀਆਂ ਨੇ, ਗਣੇਸ਼ ਦੀ ਚੂਹਾ ਸਵਾਰੀ ਮੰਨੀ ਹੈ, ਬ੍ਰਹਮਾ ਦੀ ਹੰਸ ਸਵਾਰੀ ਮੰਨੀ ਹੈ, ਸ਼ਿਵ ਦੀ ਚਿੱਟਾ ਬਲਦ ਸਵਾਰੀ ਮੰਨੀ ਹੈ, ਦੁਰਗਾ ਦੀ ਸ਼ੇਰ ਸਵਾਰੀ ਮੰਨੀ ਹੈ। ਇਸੇ ਤਰ੍ਹਾਂ ਇਹ ਜਿਹੜੀ ਸੀਤਲਾ ਹੈ, ਕਬੀਰ ਹਰ ਕਾ ਸਿਮਰਨ ਛਾੜ ਕੇ ਅਹੋਈ ਰੱਖੈ ਨਾਰ, ਇਹ ਸੀਤਲਾ ਦੇਵੀ ਜਿਹੜੀ ਇਹਦੀ ਸਵਾਰੀ ਖੋਤੀ ਮੰਨੀ ਗਈ ਹੈ। ਕਬੀਰ ਸਾਹਿਬ ਕਹਿੰਦੇ ਰਾਮ ਨਾ ਛੋਡੀ ਹੈ, ਤਨ ਧਨ ਜਾਏ ਤਾਂ ਜਾਓ। ਕਹਿੰਦੇ ਕਦੀ ਪਰਮਾਤਮਾ ਦਾ ਨਾਮ ਨਹੀਂ ਛੱਡਣਾ, ਨਹੀਂ ਤੇ ਨਾਮ ਛੱਡਣ ਦਾ ਫਿਰ ਨਤੀਜਾ ਕੀ ਹੈ ਕਿ ਇਹ ਜੀਵ ਇਸਤਰੀ, ਜੇ ਤੂੰ ਸੀਤਲਾ ਦਾ ਵਰਤ ਰੱਖਦੀ ਹੈ ਤੇ ਫਿਰ ਯਾਦ ਰੱਖੀ ਹਰ ਸਮੇਂ ਤੇਰੀ ਸੋਚ ਵਿੱਚ, ਤੇਰੇ ਗ੍ਰਹਿ ਮੰਡਲ ਅੰਦਰ ਉਹ ਸੋਚ ਹੈ ਕਿ ਮੈਂ ਆਹ ਵਰਤ ਰੱਖਣਾ ਹੈ। ਗਦ ਹੀ ਹੋਏ ਕਿ ਅਵਤਰੈ ਭਾਰ ਸਹਿ ਮਨ ਚਾਰ। ਫਿਰ ਕਹਿੰਦੇ ਜਿਹਦੇ ਨਾਲ ਤੂੰ ਪਿਆਰ ਕਰਦੀ ਹੈ ਨਾ, ਹਰ ਵੇਲੇ ਆਪਣੇ ਪਾਸ ਰੱਖਣ ਲਈ ਆਪਣੀ ਸਵਾਰੀ ਬਣਾ ਲੈਂਦੀ ਹੈ। ਉਹ ਮੂਰਖ ਇਸਤਰੀ ਖੋਤੀ ਦੀ ਜੂਨ ਪੈਂਦੀ ਹੈ। ਖੋਤੇ ਖੋਤੀਆਂ ਵਾਂਗ ਛੱਟਾ ਅਧਕ ਚਾਰ ਮਨ ਭਾਰ ਢੋਂਦੀ ਹੈ। ਕਹਿੰਦੇ ਜਿਹਦੇ ਨਾਲ ਤੂੰ ਪਿਆਰ ਕੀਤਾ, ਫਿਰ ਉਸੇ ਦੇਵੀ ਨੇ ਆਪਣਾ ਤੈਨੂੰ ਆਵਾਹਨ ਕਰ ਲਿਆ। ਗੁਰਬਾਣੀ ਦਾ ਫੈਸਲਾ ਹੈ। ਵੇਖੋ, ਭਾਈ ਨੰਦ ਲਾਲ ਸਾਹਿਬ ਜੀ ਦੇ ਵੀ ਬਚਨ ਨੇ, ਉਮਰ ਆਬਾਸ਼ਦ ਕਿ ਉਦਰ ਯਾਦ ਰਫਤ, ਉਮਰ ਨਾ ਬੂੰਦ ਆਂਕੇ ਬਰਬਾਦ ਰਫਤ। ਉਮਰ ਉਹ ਚੰਗੀ ਹੈ ਜੋ ਰੱਬ ਦੀ ਯਾਦ ਵਿੱਚ ਗੁਜ਼ਰੇ। ਉਹ ਉਮਰ ਕਿਸੇ ਕੰਮ ਜੋਗੀ ਨਹੀਂ ਜੋ ਅਜਾਈਂ ਚਲੀ ਜਾਏ। ਗੌੜੀ ਬਰਾਗਣ ਰਾਗ ਵਿੱਚ 157 ਅੰਗ ਤੇ ਗੁਰੂ ਨਾਨਕ ਸਾਹਿਬ ਜੀ ਨੇ ਸਾਲਸਰਾਏ ਨੂੰ ਗਿਆਨ ਦਿੰਦਿਆਂ ਸ਼ਬਦ ਕਿਹਾ ਸੀ, ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੈ ਜਾਏ। ਨਾਮ ਨਾ ਚਾਨਿਆ ਰਾਮ ਕਾ ਮੂੜੇ, ਫਿਰ ਪਾਛੈ ਪਛਤਾਹੇ ਰੇ ਰਹਾਓ। ਅਨਤਾ ਧਨ ਤਰਣੀ ਤਰੇ, ਅਨਤ ਨਾ ਚਾਹਿਆ ਜਾਏ। ਅਨਤ ਕਉ ਚਾਹਨ ਜੋ ਗਏ, ਆਏ ਅਨਤ ਗਵਾਏ। ਸਤਿਗੁਰੂ ਜੀ ਨੇ ਸਪਸ਼ਟ ਕਰ ਦਿੱਤਾ ਹੈ, ਮਨੁੱਖ ਜਿਸ ਤਰ੍ਹਾਂ ਦੀ ਸੋਚ ਰੱਖਦਾ ਹੈ, ਅਗਲਾ ਜਨਮ ਮਨੁੱਖ ਨੂੰ ਫਿਰ ਉਸੇ ਤਰ੍ਹਾਂ ਦਾ ਭੋਗਣਾ ਪੈਂਦਾ ਹੈ। ਜਿਸ ਤਰ੍ਹਾਂ ਦੀ ਚਿਤਵਣੀ ਰੱਖੇਗਾ,
ਉਸੇ ਤਰ੍ਹਾਂ ਦਾ ਮਨੁੱਖ ਨੂੰ ਫਿਰ ਆਪਣਾ ਕਰਮ ਭੋਗਣਾ ਪਏਗਾ। ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਦੇ ਬਚਨ ਨੇ ਕਿ ਮਨੁੱਖ ਯਾਦ ਰੱਖੀ। ਜਦੋਂ ਹਰੀ ਲਾਲ ਕ੍ਰਿਸ਼ਨ ਲਾਲ ਨੇ ਪੁੱਛਿਆ ਮਹਾਰਾਜ ਜੀ, ਜੇ ਮਨੁੱਖ ਪ੍ਰਮਾਤਮਾ ਦੇ ਨਾਮ ਤੋਂ ਵਾਂਝਾ ਰਹੇ ਕੋਈ ਅਗਲਾ ਜਨਮ ਮਿਲੇਗਾ? ਤੇ ਗੁਰੂ ਸਾਹਿਬ ਕਹਿੰਦੇ ਫਿਰ ਗੁਰ ਮੰਤਰ ਹੀਨਸ ਜੋ ਪ੍ਰਾਨੀ ਤ੍ਰਗਹੰਤ ਜਨਮ ਪ੍ਰਸ਼ਟਨ ਹੈ ਕੁੱਕਰ ਹੈ ਸੁਕਰ ਹੈ ਗਰਤ ਪਹਿਕਾਕ ਹੈ ਸਰਪ ਨਹਿ ਤੁਲ ਖਲ ਹੈ। ਕਹਿੰਦੇ ਯਾਦ ਰੱਖੀ, ਹੁਣ ਤੇ ਮਨੁੱਖਾ ਜਨਮ ਹੈ, ਅਮੋਲਕ ਹੀਰਾ ਜਨਮ ਮਿਲਿਆ, ਤੈਨੂੰ ਸੋਝੀ ਹੈ। ਪਰ ਜੇ ਤੂੰ ਪ੍ਰਮਾਤਮਾ ਦੇ ਨਾਮ ਤੋਂ ਹੀਣਾ ਰਹਿ ਗਿਆ ਤੇ ਅਗਲਾ ਜਨਮ ਕਦੀ ਕਾਂ ਦਾ, ਕਦੀ ਖੋਤੇ ਦਾ, ਕਦੀ ਸਰਪ ਦਾ, ਕਦੀ ਸੂਰ ਦਾ, ਇਹਨਾਂ ਜਨਮਾਂ ਵਿੱਚ ਤੈਨੂੰ ਆਉਣਾ ਪਏਗਾ। ਤੇ ਭਗਤ ਲੋਚਨ ਸਾਹਿਬ ਜੀ ਨੇ ਵੀ ਇਸ ਗੱਲ ਤੇ ਮੋਹਰ ਲਾਈ। ਭਾਵੇਂ ਉਹਨਾਂ ਨੇ ਇੱਕ ਦੁਨਿਆਵੀ ਦ੍ਰਿਸ਼ਟਾਂਤ ਦੇ ਕੇ ਮਨੁੱਖ ਨੂੰ ਗਿਆਨ ਦਿੱਤਾ ਹੈ ਕਿ ਅੰਤ ਕਾਲ ਜੋ ਲక్ష్ਮੀ ਸਿਮਰ ਹੈ ਐਸੀ ਚਿੰਤਾ ਮਹਿ ਜੇ ਮਰੈ ਸਰਪ ਜਾਉਣ ਵੱਲ ਵੱਲ ਉਤਰੈ। ਹੁਣ ਇੱਥੇ ਮੈਂ ਇੱਕ ਗੱਲ ਹੋਰ ਰੱਖਦਾ ਹਾਂ, ਕਿਸੇ ਸਮੇਂ ਜੂਨੀ ਮਨੁੱਖ ਦੀ ਹੁੰਦੀ, ਕਿਉਂਕਿ ਪੰਜਵੇਂ ਪਾਤਸ਼ਾਹ ਨੇ ਇਸ ਗੱਲ ਨੂੰ ਸਪਸ਼ਟ ਕਰ ਦਿੱਤਾ ਹੈ। ਮਹਾਰਾਜ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ। ਕਹਿੰਦੇ ਜੂਨੀ ਮਨੁੱਖ ਦੀ, ਪਰ ਕੰਮ ਜਿਹੜੇ ਨੇ ਉਹ ਪਸ਼ੂਆਂ ਵਰਗੇ ਨੇ। ਕਹਿੰਦੇ ਇਸੇ ਤਰ੍ਹਾਂ ਮਨੁੱਖ ਅੰਤ ਕਾਲ ਜੋ ਲక్ష్ਮੀ ਸਮੇਂ, ਅੰਤ ਸਾਡਾ ਇੱਕ ਸਵਾਸ ਅੰਤ ਕਾਲ ਹੈ। ਭਗਤ ਲੋਚਨ ਸਾਹਿਬ ਜੀ ਆਖਦੇ ਨੇ ਕਿ ਅੰਤ ਕਾਲ ਹਰ ਸਮੇਂ ਜੇ ਲక్ష్ਮੀ ਨਾਲ ਮਾਇਆ ਨਾਲ ਮੋਹ ਬਣਿਆ ਰਿਹਾ, ਜੂਨੀ ਜਿਹੜੀ ਉਹ ਮਨੁੱਖ ਦੀ ਹੋਏਗੀ, ਪਰ ਜਿਹੜੀ ਸੋਚ ਸਮਰੱਥਾ ਹੈ, ਜਿਹੜੀ ਅਕਲ ਹੈ, ਉਹ ਸਾਡੀ ਸੱਪ ਵਰਗੀ ਹੋਏਗੀ। ਕਦੀ ਕਿਤੇ ਡੰਗ ਮਾਰਾਂਗੇ, ਕਦੀ ਕਿਤੇ ਡੰਗ ਮਾਰਾਂਗੇ। ਇਹਦਾ ਜ਼ਿਕਰ ਕੀਤਾ ਭਗਤ ਲੋਚਨ ਸਾਹਿਬ ਨੇ, ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ। ਇਹ ਮੇਰੀ ਭੈਣੇ, ਬਾਈ ਅਰਥ ਮਰਾਠੀ ਵਿੱਚ ਭੈਣ ਆਖਦੇ ਨੇ। ਹੇ ਮੇਰੀ ਭੈਣੇ, ਕਦੀ ਪਰਮਾਤਮਾ ਨੂੰ ਨਾਮ ਸਾਰੀ, ਪਰਮਾਤਮਾ ਦੇ ਨਾਮ ਵਿੱਚ ਮਨ ਜੋੜ ਕੇ ਰੱਖੀ, ਮਨ ਨੂੰ ਉਸ ਅਕਾਲ ਪੁਰਖ ਵਿੱਚ ਇੱਕਮਿਕ ਰੱਖੀ। ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬੇਸਵਾ ਜਾਉਣ ਵੱਲ ਵੱਲ ਉਤਰੈ। ਹਰ ਸਮੇਂ ਇਸਤਰੀ ਦੇ ਮੋਹ ਵਿੱਚ ਰਹਿਣਾ। ਹੁਣ ਅਗਲਾ ਜਨਮ ਕਾਹਦਾ? ਵੇਸਵਾ ਦਾ। ਤੇ ਜੇ ਮਨੁੱਖਾ ਜਨਮ ਵਿੱਚ ਹਰ ਸਮੇਂ ਇਸਤਰੀ ਦੇ ਮੋਹ ਵਿੱਚ ਰਵਾਂਗੇ, ਅਕਲ ਸਾਡੀ, ਬੁੱਧ ਸਾਡੀ, ਮਨ ਅੰਤःਕਰਨ ਸਾਡਾ ਕੀ ਬਣ ਜਾਵੇਗਾ? ਵੇਸਵਾ ਵਰਗਾ ਹੋ ਜਾਏਗਾ। ਕਦੀ ਕਿਤੇ ਤੇ ਨਿਗਾਹ ਟਿਕਾਵਾਂਗੇ, ਕਦੀ ਕਿਤੇ ਤੇ ਨਿਗਾਹ ਟਿਕਾਵਾਂਗੇ। ਸਾਡੀ ਦੇਖਣ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਕਦੀ ਕਿਸੇ ਪਾਸੇ ਮਾੜੀ ਨਜ਼ਰ ਦੇਖੇਗੀ, ਕਦੀ ਕਿਸੇ ਪਾਸੇ। ਇਸੇ ਤਰ੍ਹਾਂ ਗੁਰਬਾਣੀ ਨੇ ਮਨੁੱਖ ਨੂੰ ਗਿਆਨ ਦਿੱਤਾ ਕਿ ਮਨੁੱਖ ਇੱਥੇ ਭੁਲੇਖੇ 'ਚ ਨਾ ਰਹਿ ਜਾਵੇ ਕਿ ਅਗਲਾ ਜਨਮ ਮਿਲਣਾ ਕਿ ਨਹੀਂ ਮਿਲਣਾ ਹੈ। ਅਸੀਂ ਜਿਸ ਤਰ੍ਹਾਂ ਦੀ ਸੋਚ ਸਮਰੱਥਾ ਰੱਖਾਂਗੇ, ਸਾਨੂੰ ਅਗਲਾ ਜਨਮ ਉਸੇ ਤਰ੍ਹਾਂ ਦਾ ਮਿਲੇਗਾ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਮੂਲੇ ਖੱਤਰੀ ਖਰਗੋਸ਼ ਦੀ ਜੂਨ ਮਿਲਦੀ ਹੈ, 10ਵੇਂ ਜਾਮੇ ਵਿੱਚ ਉਹਦਾ ਉਧਾਰ ਹੁੰਦਾ ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਪੰਡਤ ਗੋਪਾਲ ਦੱਤ ਦਾ ਪਿਤਾ ਦਾਦਾ ਸ਼ਿਵ ਦੱਤ ਕੁੱਤੇ ਦੀ ਜੂਨ ਵਿੱਚ ਗੁਰੂ ਨਾਨਕ ਸਾਹਿਬ ਜੀ ਮੁਕਤ ਕਰਦੇ ਨੇ। 10ਵੇਂ ਪਾਤਸ਼ਾਹ ਕਾਂ ਦੀ ਜੂਨ ਵਿੱਚ ਮੁਕਤ ਕਰਦੇ ਨੇ। ਫਿਰ ਇਸੇ ਹਿਸਾਬ ਦੇ ਨਾਲ 10ਵੇਂ ਪਾਤਸ਼ਾਹ ਮਹਾਰਾਜ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਤੋਂ 10ਵੇਂ ਪਾਤਸ਼ਾਹ ਜੀ ਫਿਰ ਮੁਕਤ ਕਰਦੇ ਨੇ ਭਾਈ ਕੀਰਤੀਏ ਦੇ ਪਿਤਾ ਨੂੰ, ਜੋ ਰਿਛ ਦੀ ਜੂਨ ਵਿੱਚ ਸੀ। ਗੁਰੂ ਨਾਨਕ ਸਾਹਿਬ ਜੀ ਮੁਕਤ ਕਰਦੇ ਨੇ ਨਸ਼ਹਿਰੇ ਪਿੰਡ, ਜੋ ਕਿ ਬਘਿਆੜ ਦੀ ਜੂਨੀ ਵਿੱਚ ਸੀ। ਮਨੁੱਖ ਜਿਸ ਤਰ੍ਹਾਂ ਦਾ ਕਰਮ ਕਰਦਾ, ਉਹਨੂੰ ਅਗਲਾ ਜਨਮ ਉਸੇ ਤਰ੍ਹਾਂ ਦਾ ਮਿਲਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਘਰ 5ਵੇਂ ਪਾਤਸ਼ਾਹ ਸਮੇਂ ਦੀ ਇੱਕ ਸਾਖੀ ਹੈ। ਲਾਹੌਰ ਸ਼ਹਿਰ ਦੇ ਵਿੱਚ ਇੱਕ ਬਾਜ਼ਾਰ ਸਰਦ ਹੈ। ਇਸ ਇਲਾਕੇ ਵਿੱਚ ਗੁਰੂ ਸਾਹਿਬ ਦੇ 4 ਮਸੰਦ ਸੀ, ਭਾਈ ਮੋਹਨ ਜੀ, ਭਾਈ ਆਲਮ ਚੰਦ ਜੀ, ਭਾਈ ਤੁਲਸਪੁਰ ਜੀ, ਜੋਧਾ ਜੀ ਅਤੇ ਜੱਲੋ। ਇਹ 4 ਮਸੰਦ ਵੱਡੇ ਸੀ। ਵੱਡੇ ਮਸੰਦ ਭਾਵ ਇਹਨਾਂ ਦੀ ਜ਼ਿੰਮੇਵਾਰੀ ਇੱਧਰ ਸਾਰੀ ਲਾਹੌਰ ਦੀ ਸੀ। ਮਸੰਦ ਤੀਸਰੇ ਪਾਤਸ਼ਾਹ ਮਹਾਰਾਜ ਜੀ ਨੇ ਸਾਜੇ ਸੀ ਕਿ ਜਿੰਨੀ ਅਗਰਾਈ ਹੋਣੀ ਉਹ ਸਾਰੀ ਅਗਰਾਈ ਇਕੱਠੀ ਕਰਕੇ ਅੰਮ੍ਰਿਤਸਰ ਪਹੁੰਚਾਉਣੀ। ਇਹ ਮਸੰਦ ਜਿੰਨੀ ਇਹਨਾਂ ਕੋਲ ਸੇਵਾ ਇਕੱਠੀ ਹੋਈ ਸੀ, ਗੁਰੂ ਅਰਜਨ ਦੇਵ ਸਾਹਿਬ ਸਮੇਂ ਵੀ ਸੇਵਾ ਕਰਦੇ ਸੀ। ਉਹ ਸਿੱਖਾਂ ਵਿੱਚ ਫਿਰ ਕੇ ਧਨ ਇਕੱਠਾ ਕਰਕੇ ਲਿਆਉਂਦੇ ਸੀ, ਕਿਉਂ ਗੁਰੂ ਸਾਹਿਬ ਨੇ ਕਿਹਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਸ੍ਰੀ ਅਰਜਨ ਕੀ ਸੇਵਾ ਕਰਹੀ ਆਨਿਹ ਧਨ ਸਿੱਖਨ ਮੈਂ ਫਿਰਹੀ ਗੁਰਾ ਵਿਰਾਟ ਖਾਹੇ ਨਾ ਆਪ ਜਾਣੇ ਇਹ ਵਿਸਾਲ ਹੈ। ਕਹਿੰਦੇ ਫਿਰ ਕੌਡੀ ਵੀ ਨਹੀਂ ਸੀ ਰੱਖਦੇ, ਜੋ ਜਿਤਨੀ ਅਗਰਾਈ ਹੋਣੀ ਉਹ ਸਾਰੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਰੱਖਦੇ ਨੇ। ਭਾਵ ਇਤਨਾ ਡਰ ਲੱਗਣਾ ਕਿ ਗੁਰੂ ਘਰ ਦੀ ਮਾਇਆ ਹੈ, ਇਹ ਗੁਰਸਿੱਖਾਂ ਦੀ ਮਾਇਆ, ਇਹ ਬੜਾ ਵੱਡਾ ਪਾਪ ਹੈ, ਕਿਉਂਕਿ ਜਾਣੇ ਇਹ ਵਿਸਾਲ ਹੈ ਪਾਪ, ਸਭ ਤੋਂ ਵੱਡਾ ਪਾਪ ਮੰਨਿਆ ਜਾਂਦਾ ਸੀ।
ਪਰ ਅੱਜ ਜੋ ਖਾਧਾ ਜਾਂਦਾ ਗੁਰੂ ਘਰਾਂ ਦੇ ਵਿੱਚੋਂ ਹੁੰਦਾ ਹੈ। ਲਾਲਚ ਲੱਭ ਮਨੁੱਖ ਦਾ ਵੱਧ ਗਿਆ। ਜਿਵੇਂ ਭੋਜਨ ਵਿੱਚ ਮੱਖੀ ਮਿਲ ਜਾਵੇ ਤਾਂ ਭੋਜਨ ਰੱਖਿਆ ਨਹੀਂ ਜਾਂਦਾ ਹੈ, ਪਚ ਨਹੀਂ ਸਕਦਾ ਹੈ, ਫਿਰ ਬੰਦੇ ਦਾ ਮਨ ਜਿਹੜਾ ਉਬਲ ਸ਼ਾਹ ਕਰਦਾ ਹੈ। ਇਸੇ ਤਰ੍ਹਾਂ ਗੁਰੂ ਘਰ ਦਾ ਧਨ ਛਪਾਉਣਾ ਸਾਰੇ ਧਨ ਨਸ਼ਟ ਕਰਕੇ ਰੱਖ ਦਿੰਦਾ ਹੈ ਅਤੇ ਧਨ ਸਰੀਰ ਨੂੰ ਕਮਜ਼ੋਰ ਬਲਹੀਨ ਕਰਦਾ ਹੈ। ਇਹ ਜਿਹੜਾ ਧਨ ਹੈ, ਇਸ ਕਰਕੇ ਸਿਆਣੇ ਮਸੰਦ ਇਸ ਨੂੰ ਲੁਕਾਉਂਦੇ ਨਹੀਂ ਸੀ। ਉਹ ਚਾਰੇ ਇੱਕ ਦਿਨ ਰੱਥ ਤੇ ਚੜ੍ਹ ਕੇ ਨਾ ਅੰਮ੍ਰਿਤਸਰ ਨੂੰ ਆਨੰਦ ਸਹਿਤ ਗੁਰੂ ਸਾਹਿਬ ਦਾ ਸ਼ਬਦ ਪੜ੍ਹਦਿਆਂ ਆ ਰਹੇ ਨੇ। ਜਦੋਂ ਲਾਹੌਰ ਤੋਂ ਚਲਦਿਆਂ ਰਸਤੇ 'ਚ ਖਲੋ ਗਏ ਕਿ ਪ੍ਰਸ਼ਾਦਾ ਛਕ ਲਈਏ, ਨਾਲੇ ਜਲ ਛਕ ਲਈਏ, ਘੋੜੇ ਨੂੰ ਜਲ ਛਕਾ ਲਈਏ। ਜਦੋਂ ਰਸਤੇ 'ਚ ਚੱਲ ਕੇ ਆਏ ਤਾਂ ਉੱਥੋਂ ਇੱਕ ਸੱਪ ਨਿਕਲ ਆਇਆ। ਹੁਣ ਉਹ ਆਪਣੇ ਵੱਡੇ ਫਨ ਉੱਚਾ ਕਰਦਾ ਤੇ ਇਹਨਾਂ ਗੁਰਸਿੱਖਾਂ ਦੇ, ਇਹਨਾਂ ਮਸੰਦਾਂ ਦੇ, ਜੋ ਭਾਈ ਮੋਹਨ, ਆਲਮ ਜੀ, ਤੁਲਸਾ ਜੀ, ਜੋਧਾ ਜੀ, ਜੱਲੋ ਜੀ, ਇਹਨਾਂ ਦੇ ਸਾਹਮਣੇ ਆ ਕੇ ਖਲੋ ਜਾਂਦਾ ਹੈ। ਹੁਣ ਸੱਪ ਕੀ ਕਰਦਾ ਹੈ, ਇਹ ਨਾਗ ਕੀ ਕਰਦਾ ਹੈ ਕਿ ਇਹਨਾਂ ਦੇ ਰੱਥ ਤੇ ਚੜ੍ਹਨ ਨੂੰ ਪੈਂਦਾ ਹੈ। ਭਾਈ ਮੋਹਨ ਜੀ ਨੇ ਦੇਖਿਆ, ਆਖਣ ਲੱਗੇ, ਆਲਮ ਚੰਦ, ਕਿਸੇ ਸੋਟੀ ਦੇ ਸਹਾਰੇ ਇਸ ਸੱਪ ਨੂੰ ਪਰੇ ਕਰ, ਮਾਰਨਾ ਨਹੀਂ, ਇਹਨੂੰ ਪਰੇ ਕਰ ਦੇ। ਇਹ ਸਾਡੇ ਰੱਥ ਦੇ ਉੱਪਰ ਚੜ੍ਹ ਰਿਹਾ, ਡੰਗ ਮਾਰੇਗਾ, ਸਾਡੇ ਚੋਂ ਕਿਸੇ ਦਾ ਨੁਕਸਾਨ ਨਾ ਹੋ ਜਾਵੇ। ਤੂੰ ਇਸ ਤਰ੍ਹਾਂ ਕਰ ਕਿ ਇਸ ਸੱਪ ਨੂੰ ਇਸ ਰੱਥ ਤੋਂ ਪਰੇ ਕਰ ਦੇ। ਭਾਈ ਆਲਮ ਚੰਦ ਇੱਕ ਸੋਟੀ ਦੇ ਸਹਾਰੇ ਨਾਲ ਸੱਪ ਨੂੰ ਪਰੇ ਕਰਦਾ ਹੈ, ਪਰ ਉਹ ਸੱਪ ਪਰੇ ਜਾਂਦਾ ਹੈ, ਫਿਰ ਰੱਥ ਵੱਲ ਆ ਜਾਂਦਾ ਹੈ। ਕਿੰਨਾ ਚਿਰ ਇਸੇ ਤਰ੍ਹਾਂ ਸਮਾਂ ਲੰਘ ਜਾਂਦਾ ਹੈ। ਉਹ ਸੱਪ ਮੁੜ ਕੇ ਰੱਥ ਨੂੰ ਚੜ ਰਿਹਾ ਹੈ। ਭਾਈ ਆਲਮ ਚੰਦ ਜੀ ਆਖਣ ਲੱਗੇ, ਭਾਈ ਜੀ, ਇਹ ਸੱਪ ਤੇ ਜਾ ਹੀ ਨਹੀਂ ਰਿਹਾ ਹੈ। ਇਸ ਤਰ੍ਹਾਂ ਕਰੋ ਕਿ ਭਾਈ ਜੋਧਾ ਜੀ, ਜੋ ਤੁਲਸਾਪੁਰ ਦਾ ਰਹਿਣ ਵਾਲਾ ਸੀ, ਇਹ ਆਖਣ ਲੱਗਾ, ਚਲੋ ਮੈਂ ਇਸ ਨੂੰ ਪਰੇ ਕਰਦਾ ਹਾਂ। ਹੁਣ ਇਹਨੇ ਸੋਟੀ ਪਕੜੀ, ਸੱਪ ਨੂੰ ਪਰੇ ਕਰਦਾ, ਪਰ ਸੱਪ ਆਖਦਾ ਕੁਛ ਨਹੀਂ, ਡੰਗ ਨਹੀਂ ਮਾਰਦਾ, ਡੋਲ ਜੀ ਰੱਥ ਦੇ ਉੱਪਰ ਚੜ ਰਿਹਾ ਹੈ। ਜਦੋਂ ਸੱਪ ਨਹੀਂ ਮੁੜਦਾ, ਰੱਥ ਉੱਪਰ ਚੜ੍ਹਦਾ ਤੇ ਬੜੇ ਸੋਹਣੇ ਤਰੀਕੇ ਨਾਲ ਭਾਈ ਸਾਹਿਬ ਆਖਣ ਲੱਗੇ, ਕੁੱਜਾ ਹੈਗਾ, ਇਹਨੂੰ ਕੁੱਜੇ 'ਚ ਪਾ ਲਓ ਤੇ ਬੰਦ ਕਰ ਲਓ। ਕੁੱਜਾ ਰੱਖਿਆ, ਇਹ ਸੱਪ ਬੜੇ ਸੋਹਣੇ ਪਿਆਰ ਦੇ ਨਾਲ ਕੁੱਜੇ ਵਿੱਚ ਬੈਠ ਜਾਂਦਾ ਹੈ। ਉੱਪਰੋਂ ਇਹਨੂੰ ਬੰਨ੍ਹ ਦਿੰਦੇ ਨੇ। ਇਹ ਚਾਰੇ ਮਸੰਦ, ਭਾਈ ਮੋਹਨ ਜੀ, ਆਲਮ ਚੰਦ ਜੀ, ਜੋਧਾ ਜੀ, ਜੱਲੋ ਜੀ, ਇਸ ਵੇਖੋ ਦੋ ਲਾਹੌਰ ਦੇ ਮਸੰਦ ਸੀ, ਭਾਈ ਮੋਹਨ ਤੇ ਆਲਮ ਚੰਦ। ਜਿਹੜੇ ਦੋ ਮਸੰਦ ਸੀ, ਜੋਧਾ ਤੇ ਜੱਲੋ ਜੀ, ਇਹ ਤੁਲਸਾਪੁਰ ਦੇ ਰਹਿਣ ਵਾਲੇ ਸੀ, ਪਾਕਿਸਤਾਨ ਦੇ ਵਿੱਚ। ਹੁਣ ਅੰਮ੍ਰਿਤਸਰ ਇਹ ਰੱਥ ਪਹੁੰਚ ਜਾਂਦਾ ਹੈ। ਚਾਰੇ ਮਸੰਦ ਰੱਥ ਤੋਂ ਉਤਰਦੇ ਨੇ। ਸਾਹਮਣੇ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਦਰਬਾਰ ਸਜਿਆ ਹੈ, ਕਿਉਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਵਰਸਰੀ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸੁਪੁੱਤਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੌਨ ਗਰਭ ਨਾ ਆਇਓ। ਹੁਣ ਅੰਮ੍ਰਿਤਸਰ ਪਹੁੰਚ ਗਏ, ਰੱਥ ਤੋਂ ਉਤਰੇ ਨੇ ਇਹ ਮਸੰਦ। ਜਾ ਕੇ ਗੁਰੂ ਸਾਹਿਬ ਦੀ ਸੰਗਤ ਵਿੱਚ ਮਹਾਰਾਜ ਜੀ ਨੂੰ ਦਰਸ਼ਨ ਕੀਤੇ ਨੇ। ਆਪਣਾ ਮਸਤਕ ਗੁਰੂ ਸਾਹਿਬ ਦੇ ਚਰਨਾਂ ਵਿੱਚ ਰੱਖਿਆ ਹੈ, ਢਹਿ ਕੇ ਚਰਨੀ ਪਏ ਨੇ। ਸਤਿਗੁਰੂ ਜੀ ਨੇ ਆਸ਼ੀਰਵਾਦ ਦਿੱਤਾ, ਇਹ ਸਾਰੀ ਮਾਇਆ ਸਤਿਗੁਰੂ ਜੀ ਦੇ ਚਰਨਾਂ ਵਿੱਚ ਰੱਖ ਦਿੱਤੀ। ਮਹਾਰਾਜ ਜੀ, ਇਹ ਜਿਤਨੀ ਮਾਇਆ ਇਕੱਠੀ ਹੋਈ ਹੈ, ਭਾਈ ਜੋਧਾ ਜੀ, ਜੱਲੋ ਜੀ, ਤੁਲਸਾਪੁਰ ਦੇ ਅਤੇ ਅਸੀਂ ਮੋਹਨ ਜੀ, ਆਲਮ ਚੰਦ ਜੀ, ਇਹ ਸਾਰੀ ਮਾਇਆ ਜੋ ਦਸਵੰਧ ਉਹ ਲੈ ਕੇ ਆਏ ਆ। ਗੁਰੂ ਸਾਹਿਬ ਜੀ ਨੇ ਖਜ਼ਾਨਚੀ ਨੂੰ ਮਾਇਆ ਦੇ ਦਿੱਤੀ ਹੈ। ਸਤਿਗੁਰੂ ਜੀ ਆਖਣ ਲੱਗੇ, ਭਾਈ ਮੋਹਨ ਚੰਦ ਜੀ, ਤੁਸੀਂ ਕਿੰਨੇ ਜਾਣੇ ਆਏ ਹੋ? ਆਖਣ ਲੱਗਾ, ਮਹਾਰਾਜ ਜੀ, ਅਸੀਂ ਚਾਰ ਮਸੰਦਾਂ ਲਾਹੌਰ ਤੋਂ ਅਸੀਂ ਆਏ ਹਾਂ। ਤੇ ਮਹਾਰਾਜ ਕਹਿੰਦੇ, ਜਿਹੜਾ ਪੰਜਵਾਂ ਆਇਆ ਉਹ ਕਿੱਥੇ ਹੈ? ਇਹ ਸੋਚੀ ਪੈ ਗਏ ਕਿ ਪੰਜਵਾਂ ਤੇ ਹੈ ਕੋਈ ਨਹੀਂ। ਅਸੀਂ ਤੇ ਕਾਫੀ ਸਮੇਂ ਤੋਂ ਲਾਹੌਰ ਵਿੱਚ ਜਾਂ ਭਾਈ ਮੋਹਨ ਹੈ, ਆਲਮ ਚੰਦ ਹੈ, ਜਾਂ ਤੁਲਸਪੁਰ ਤੋਂ ਜੋਧਾ ਜੀ, ਜੱਲੋ ਜੀ ਮਸੰਦ ਨੇ, ਵੱਡੇ ਮਸੰਦ ਇਹੋ ਹੀ ਨੇ, ਹੋਰ ਮਸੰਦ ਕੋਈ ਨਹੀਂ ਹੈ। ਸੋਚੀ ਪੈ ਗਏ। ਗੁਰੂ ਸਾਹਿਬ ਜੀ ਫਿਰ ਆਖਣ ਲੱਗੇ ਕਿ ਭਾਈ ਮੋਹਨ ਜੀ, ਭਾਈ ਆਲਮ ਜੀ, ਜਿਹੜਾ ਪੰਜਵਾਂ ਤੁਹਾਡੇ ਨਾਲ ਆਇਆ ਉਸ ਨੂੰ ਵੀ ਲੈ ਕੇ ਆਓ। ਇਹਨਾਂ ਨੂੰ ਚੇਤਾ ਆ ਗਿਆ। ਸੰਗਤ ਵੀ ਹੈਰਾਨ ਹੈ ਕਿ ਅੱਗੇ ਵੀ ਚਾਰ ਆਉਂਦੇ ਨੇ, ਅੱਜ ਪੰਜਵਾਂ ਕਿਹੜਾ ਹੈ? ਇਹਨਾਂ ਨੂੰ ਚੇਤਾ ਆਇਆ। ਆਖਣ ਲੱਗੇ, ਮਹਾਰਾਜ, ਹਾਂਜੀ, ਇੱਕ ਸਰਪ ਸਾਨੂੰ ਰਸਤੇ 'ਚ ਮਿਲਿਆ ਸੀ,
ਉਹ ਸਾਡੇ ਰੱਥ ਦੇ ਉੱਪਰ ਚੜਦਾ ਸੀ। ਅਸੀਂ ਉਸ ਨੂੰ ਕੁੱਜੇ ਵਿੱਚ ਰੱਖਿਆ। ਜਾਓ ਜੋਧਾ ਜੀ, ਉਸ ਸਰਪ ਨੂੰ ਵੀ ਲੈ ਕੇ ਆਓ। ਭਾਈ ਜੋਧ ਜੀ ਗਏ ਨੇ, ਸਰਪ ਵਾਲਾ ਸੱਪ ਵਾਲਾ ਉਹ ਕੁੱਜਾ ਪਕੜਿਆ ਹੈ, ਆ ਕੇ ਰੱਖਿਆ, ਗੰਢ ਖੋਲੀ, ਕੱਪੜਾ ਪਰੇ ਕੀਤਾ, ਉਹ ਸੱਪ ਬੜਿਆ ਸੋਹਣਾ ਉੱਪਰ ਆਇਆ ਹੈ। ਉਹਨੇ ਧੰਨ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਚੁਗਿਰਦੀ ਪ੍ਰਕਰਮਾਂ ਕੀਤੀਆਂ ਨੇ, ਆਪਣਾ ਫਨ ਗੁਰੂ ਸਾਹਿਬ ਦੇ ਚਰਨਾਂ ਵਿੱਚ ਰੱਖ ਦਿੱਤਾ ਹੈ। ਹੁਣ ਜਦੋਂ ਸੱਪ ਫਨ ਰੱਖਿਆ ਤੇ ਉਹ ਸੱਪ ਆਪਣੇ ਪ੍ਰਾਣ ਤਿਆਗ ਦਿੰਦਾ ਹੈ, ਤੇ ਜਦੋਂ ਪ੍ਰਾਣ ਤਿਆਗ ਦਿੱਤੇ ਨਾ ਸਰਪ ਨੇ, ਉਸ ਸੱਪ ਨੇ, ਸੰਗਤਾਂ ਵੀ ਹੈਰਾਨ, ਇਹ ਚੌਵੇਂ ਮਸੰਦ ਵੀ ਹੈਰਾਨ ਨੇ। ਮਸੰਦ ਆਖਣ ਲੱਗੇ, ਮਹਾਰਾਜ ਜੀ ਇਹ ਕੌਣ ਹੈ? ਇਹ ਰਸਤੇ ਵਿੱਚ ਸਾਡੇ ਰੱਥ ਦੇ ਉੱਪਰ ਬਾਰ-ਬਾਰ ਚੜ੍ਹਦਾ ਸੀ, ਕੌਣ ਹੈ? ਗੁਰੂ ਸਾਹਿਬ ਜੀ ਆਖਣ ਲੱਗੇ, ਇਹ ਤੀਸਰੇ ਪਾਤਸ਼ਾਹ ਜੀ ਦੇ ਸਮੇਂ ਥਾਪਿਆ ਹੋਇਆ ਮਸੰਦ ਹੈ, ਜਿਨੇ ਸੇਵਾ ਤੇ ਕੀਤੀ, ਪਰ ਸੇਵਾ ਕਰਦਿਆਂ ਕਰਦਿਆਂ ਇਹਨੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਇੱਕ ਦਮੜੀ ਲੁਕਾਈ ਸੀ। ਭਾਵ ਹੰਕਾਰ ਦੇ ਵਿੱਚ ਪੈਸੇ ਲੁਕਾ ਲੈਂਦਾ ਸੀ, ਨਾਲੇ ਇਹਦੇ ਵਿੱਚ ਹੰਕਾਰ ਸੀ। ਹੰਕਾਰ ਕਰਕੇ ਇਹਦੀ ਫਨ ਜਿਹੜੀ ਉਹ ਵੱਡੀ ਹੋ ਗਈ, ਇਹ ਹੰਕਾਰ ਦੀ ਨਿਸ਼ਾਨੀ ਸੀ। ਤੇ ਗੁਰੂ ਘਰ ਮਿਲੀ ਹੋਈ ਭੇਟਾ ਇਹ ਲੁਕਾ ਕੇ ਰੱਖਦਾ ਸੀ, ਨਾਲੇ ਹੰਕਾਰੀ ਸੀ, ਇਸ ਕਰਕੇ ਬਹੁਤ ਜ਼ਹਿਰ ਨਾਲ ਭਰਿਆ ਹੋਇਆ ਇਹ ਵੱਡਾ ਸੱਪ ਬਣ ਗਿਆ। ਹੁਣ ਤੁਸੀਂ ਸਾਡੇ ਸਾਹਮਣੇ ਲਿਆਂਦਾ, ਦੇਖੋ ਗੁਰੂ ਸਾਹਿਬ ਦੀਆਂ ਇਹਨਾਂ ਪ੍ਰਕਰਮਾਂ ਕੀਤੀਆਂ ਤੇ ਗੁਰੂ ਸਾਹਿਬ ਜੀ ਨੇ ਜਲ ਦਾ ਛਿੜਕਾਅ ਦੇ ਕੇ ਇਹਨੂੰ ਮੁਕਤ ਕਰ ਦਿੱਤਾ। ਆਖਣ ਲੱਗੇ, ਸੰਗਤ ਜੀ, ਗੁਰੂ ਘਰ ਦੀ ਮਾਇਆ ਲੁਕਾਉਣ ਦੇ ਨਾਲ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਥਾਪਿਆ ਮਸੰਦ ਗੁਰੂ ਘਰ ਦੀ ਕੀਤੀ ਹੋਈ ਇਕੱਠੀ ਮਾਇਆ ਲੁਕਾਉਣ ਦੇ ਨਾਲ ਇਹਨੂੰ ਅਗਲਾ ਜਨਮ ਸੱਪ ਦਾ ਮਿਲ ਗਿਆ ਸੀ, ਪਰ ਇਹਨੇ ਸੇਵਾ ਵੀ ਕੀਤੀ ਸੀ। ਇਸ ਕਰਕੇ ਗੁਰੂ ਸਾਹਿਬ ਨੇ ਇਹਦੀ ਸੱਪ ਦੀ ਜੂਨ ਕੱਟ ਦਿੱਤੀ ਹੈ। ਜੇ ਸ਼ਰਧਾ ਸੰਗ ਕਰੇ ਇਸ਼ਨਾਨ, ਤਿਨ ਕੋ ਕਹਿਓ ਨਾ ਹੋਇਓ ਕਲਿਆਣ। ਢੇਸੀ ਜੁਧ ਵਿਪਰ ਸੰਗ ਜਾਤੀ, ਗੁਰ ਕੇ ਦਰਸ਼ਨ ਸਾਨ ਸੁਖ ਜਾਤੀ। ਜਿਹੜਾ ਇਸ਼ਨਾਨ ਸ਼ਰਧਾ ਨਾਲ ਇਸ ਅੰਮ੍ਰਿਤ ਸਰੋਵਰ ਇਸ਼ਨਾਨ ਕਰੇਗਾ, ਉਹਦਾ ਕਲਿਆਣ ਹੋ ਜਾਵੇਗਾ। ਜਿਸ ਤਰ੍ਹਾਂ ਜਲ ਦੇ ਛੱਟੇ ਮਾਰਿਆਂ ਇਹ ਸਰਪ ਦਾ ਕਲਿਆਣ ਹੋ ਗਿਆ, ਇਸੇ ਤਰ੍ਹਾਂ ਜਿਹੜਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਮਨ ਤਨ ਕਰਕੇ ਇਸ਼ਨਾਨ ਕਰੇਗਾ, ਉਹਦੀਆਂ ਜੂਨਾਂ ਤੋਂ ਖਲਾਸੀ ਹੋ ਜਾਏਗੀ। ਗੁਰੂ ਸਾਹਿਬ ਜੀ ਨੇ ਸਪਸ਼ਟ ਕੀਤਾ, ਮਨੁੱਖ ਤੂੰ ਜਿਸ ਤਰ੍ਹਾਂ ਦੀ ਚਿਤਵਨੀ ਸੋਚੇਗਾ, ਕਿਉਂਕਿ ਰਾਮ ਨਾਮ ਦੇ ਜਨ ਕੋ ਪ੍ਰਤਿਗਿਆ ਆਈ, ਏਕਾਦਸੀ ਬ੍ਰਤ ਕਰੈ ਕਾਹੇ ਕੋ ਤੀਰਥ ਜਾਈ। ਭਗਤ ਨਾਮਦੇਵ ਸਾਹਿਬ ਜੀ ਗੱਲ ਨੂੰ ਕਹਿੰਦੇ ਨੇ ਕਿ ਪ੍ਰਭੂ ਨਾਲ ਜੁੜ ਕੇ ਦਾਸ ਦਾ ਨਾਮਦੇਵ ਦਾ ਨਿੱਚਾ ਵੱਜ ਗਿਆ ਹੈ। ਉਸਨੇ ਏਕਾਦਸੀ ਜਿੰਨੇ ਵਰਤ ਸੀ ਉਹ ਸਾਰੇ ਛੱਡ ਦਿੱਤੇ ਨੇ। ਹੁਣ ਉਹ ਤੀਰਥਾਂ ਤੇ ਕਿਉਂ ਜਾਵੇ, ਕਿਉਂਕਿ ਉਹਦਾ ਮਨ ਹੀ ਤੀਰਥ ਬਣ ਚੁੱਕਾ ਹੈ। ਇਸ ਕਰਕੇ ਗੁਰੂ ਸਾਹਿਬ ਦੇ ਦਰਸ਼ਨ ਕੀਤਿਆਂ ਪਾਰ ਉਤਾਰਾ ਹੋ ਜਾਂਦਾ ਹੈ। ਕਰਮ ਧਰਮ ਨੇਮ ਬ੍ਰਤ ਪੂਜਾ, ਪਾਰ ਬ੍ਰਹਮ ਬਿਨ ਜਾਨ ਨਾ ਦੂਜਾ। ਕਦੀ ਪ੍ਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਸੱਚ ਨਹੀਂ ਮੰਨਣਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ। ਮਨੁੱਖ ਜਿਸ ਤਰ੍ਹਾਂ ਦੀ ਚਿਤਵਨੀ ਸੋਚਦਾ, ਉਹਨੂੰ ਅਗਲਾ ਜਨਮ ਫਿਰ ਉਸੇ ਤਰ੍ਹਾਂ ਦਾ ਮਿਲਦਾ। ਇਸ ਕਰਕੇ ਗੁਰਬਾਣੀ ਨੇ ਬਾਰ-ਬਾਰ ਕਿਹਾ ਕਿ ਜੀਵ ਪ੍ਰਮਾਤਮਾ ਦਾ ਸਿਮਰਨ ਕਰ, ਪ੍ਰਮਾਤਮਾ ਦੀ ਭਗਤੀ ਕਰ, ਉਸ ਪ੍ਰਮਾਤਮਾ ਦੇ ਨਾਮ ਨਾਲ ਜੁੜ, ਤੇਰੇ ਆਵਣ ਜਾਵਣ ਦਾ ਜਿਹੜਾ ਗੇੜ ਹੈ ਉਹ ਮੁੱਕ ਜਾਵੇਗਾ।